ਸਤਿ ਸ਼੍ਰੀ ਅਕਾਲ ਜੀ। ਮੇਰੇ ਪਿਓ ਨੇ ਮੇਰਾ ਵਿਆਹ 15 ਸਾਲ ਦੇ ਮੁੰਡੇ ਨਾਲ ਜ਼ਬਰਦਸਤੀ ਕਰ ਦਿੱਤਾ। ਪਰ ਮੈਂ ਵੀ ਸੋਚ ਲਿਆ ਸੀ ਕਿ ਮੈਂ ਵੀ ਇਸ ਬੱਚੇ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਆਪਣੇ ਆਸ਼ਿਕ ਨੂੰ ਬੁਲਾ ਲਿਆ ਕਰਾਂਗੀ। ਪਰ ਉਸ ਸਮੇਂ ਮੇਰੇ ਤਾਂ ਹੋਸ਼ ਉੱਡ ਗਏ ਜਦੋਂ ਉਸ ਨੇ ਕਮਰੇ ਵਿੱਚ ਆਉਂਦੇ ਹੀ। ਪਿਆਰ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ। ਇਹ ਵੀ ਕਹਿ ਸਕਦੇ ਹਾਂ, ਪਿਆਰ ਕੋਈ ਆਮ ਚੀਜ਼ ਨਹੀਂ ਜਿਹੜਾ ਹਰ ਕਿਸੇ ਦੇ ਹਿੱਸੇ ਆਵੇ। ਮੈਨੂੰ ਵੀ ਕਿਸੇ ਨਾਲ ਸੱਚਾ ਪਿਆਰ ਹੋ ਗਿਆ ਸੀ। ਮੈਂ ਉਸ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ। ਮੈਂ ਆਪਣੇ ਮਾਂ-ਬਾਪ ਨਾਲ, ਖਾਨਦਾਨ ਵਾਲਿਆਂ ਨਾਲ ਬਹੁਤ ਲੜਾਈ ਕੀਤੀ ਸੀ। ਜਦੋਂ ਉਹਨਾਂ ਨੂੰ ਮੇਰੇ ਪਿਆਰ ਦੇ ਬਾਰੇ ਪਤਾ ਲੱਗਾ ਤਾਂ ਮੈਂ ਹਰ ਇੱਕ ਦੀਆਂ ਨਜ਼ਰਾਂ ਵਿੱਚ ਡਿੱਗ ਗਈ। ਪਰ ਮੈਨੂੰ ਯਕੀਨ ਸੀ ਮੇਰੀ ਸੱਚੀ ਮੁਹੱਬਤ ਵਿੱਚ ਪਰਮਾਤਮਾ ਦੀ ਰਜ਼ਾਮੰਦੀ ਸੀ ਤੇ ਮੇਰਾ ਪਿਆਰ ਮੈਨੂੰ ਮਿਲ ਕੇ ਹੀ ਰਹੇਗਾ। ਪਰ ਮੈਂ ਜੋ ਸੋਚਿਆ ਸੀ ਉਹ ਤਾਂ, ਮੇਰਾ ਨਾਮ ਸੁਮਨ ਹੈ। ਅਸੀਂ 3 ਭੈਣ ਭਰਾ ਸੀ। ਮੈਨੂੰ ਆਪਣੇ ਪਿਆਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਚਾਹੀਦਾ ਸੀ। ਮੈਂ ਇੱਕ ਗਰੀਬ ਘਰ ਦੀ ਕੁੜੀ ਸੀ ਜਿੱਥੇ ਇੱਕ ਟਾਈਮ ਦੀ ਰੋਟੀ ਤੋਂ ਬਾਅਦ ਦੂਜੇ ਟਾਈਮ ਦੀ ਰੋਟੀ ਦਾ ਫਿਕਰ ਪੈ ਜਾਂਦਾ ਸੀ ਤੇ ਰੋਟੀ ਲਈ ਕੰਮ ਕਰਨਾ ਬਹੁਤ ਜ਼ਰੂਰੀ ਸੀ। ਸਾਡਾ ਘਰ ਬਹੁਤ ਛੋਟਾ ਸੀ ਤੇ ਟੁੱਟਿਆ ਹੋਇਆ ਸੀ, ਪਰ ਮੇਰੇ ਪਿਓ ਨੂੰ ਕੋਈ ਫਿਕਰ ਨਹੀਂ ਸੀ। ਮੇਰੀ ਦਾਦੀ ਵੀ ਸਾਡੇ ਨਾਲ ਹੀ ਰਹਿੰਦੀ ਸੀ। ਮੇਰੀ ਮਾਂ ਦੀ ਦਾਦੀ ਨਾਲ ਹਰ ਰੋਜ਼ ਲੜਾਈ ਹੁੰਦੀ ਰਹਿੰਦੀ। ਨਾ ਤਾਂ ਮੇਰੀ ਮਾਂ ਦੀ ਕਦੇ ਦਾਦੀ ਨਾਲ ਬਣੀ ਤੇ ਨਾ ਹੀ ਮੇਰੇ ਭੈਣ ਭਰਾਵਾਂ ਦੀ ਦਾਦੀ ਨਾਲ ਬਣਦੀ ਸੀ। ਮੇਰੀ ਵੱਡੀ ਭੈਣ ਦੀ ਉਮਰ ਵਿਆਹ ਕਰਨ ਦੀ ਹੋ ਗਈ, ਪਰ ਜੋ ਰਿਸ਼ਤੇ ਆਉਂਦੇ ਸੀ ਉਹ ਬਹੁਤ ਦਾਜ ਮੰਗਦੇ ਸੀ। ਸਾਡੇ ਗਰੀਬਾਂ ਕੋਲ ਤਾਂ ਕੁਝ ਵੀ ਨਹੀਂ ਸੀ ਦੇਣ ਨੂੰ। ਮੈਂ ਆਪਣੀ ਮਾਂ ਨੂੰ ਕਿਹਾ, ਕੀ ਲੋੜ ਆ ਦੀਦੀ ਦਾ ਵਿਆਹ ਆਪਣੇ ਤੋਂ ਵੱਡੇ ਘਰ ਕਰਨ ਦੀ? ਤੁਸੀਂ ਆਪਣੇ ਵਰਗੇ ਘਰੇ ਦੀਦੀ ਦਾ ਵਿਆਹ ਕਰ ਲਓ। ਪਰ ਮੇਰੀ ਮਾਂ ਦਾ ਕਹਿਣਾ ਸੀ, ਜੇਕਰ ਤੁਹਾਡਾ ਰਿਸ਼ਤਾ ਕਿਸੇ ਚੰਗੇ ਘਰ ਕਰ ਦਿੱਤਾ ਤਾਂ ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਪਹਿਲਾਂ ਮੇਰੀ ਜ਼ਿੰਦਗੀ ਨਰਕ ਬਣ ਗਈ, ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਧੀਆਂ ਨਾਲ ਵੀ ਜ਼ਿੰਦਗੀ ਮੇਰੇ ਵਾਂਗ ਨਰਕ ਬਣੇ। ਮੈਂ ਅਜੇ ਤੱਕ ਪੜ੍ਹਾਈ ਕਰ ਰਹੀ ਸੀ ਤੇ ਨਾਲ ਹੀ ਮੈਂ ਟਿਊਸ਼ਨ ਪੜ੍ਹਾਉਂਦੀ ਸੀ। ਉਸ ਸਮੇਂ ਮੇਰਾ ਇੱਕ ਮੁੰਡੇ ਨਾਲ ਪਿਆਰ ਪੈ ਗਿਆ। ਉਹ ਮੁੰਡਾ ਮੇਰੇ ਘਰ ਰਿਸ਼ਤਾ ਲੈ ਕੇ ਆ ਗਿਆ, ਪਰ ਮੇਰੇ ਪਿਓ ਨੂੰ ਉਹ ਰਿਸ਼ਤਾ ਮਨਜ਼ੂਰ ਨਹੀਂ ਸੀ ਤੇ ਮੇਰੇ ਪਿਓ ਨੇ ਇਨਕਾਰ ਕਰ ਦਿੱਤਾ। ਮੈਂ ਆਪਣੇ ਘਰ ਵਾਲਿਆਂ ਨੂੰ ਬਹੁਤ ਸਮਝਾਇਆ, ਪਰ ਉਹਨਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਜਬੂਰ ਹੋ ਕੇ ਮੈਂ ਉਸ ਮੁੰਡੇ ਨੂੰ ਕਿਹਾ, ਆਪਾਂ ਭੱਜ ਕੇ ਵਿਆਹ ਕਰਵਾ ਲਈਏ। ਪਰ ਉਸ ਲੜਕੇ ਨੇ ਕਿਹਾ ਕਿ ਨਹੀਂ, ਆਪਾਂ ਇਹ ਕੰਮ ਨਹੀਂ ਕਰਾਂਗੇ। ਆਪਾਂ ਘਰਦਿਆਂ ਦੀ ਰਜ਼ਾਮੰਦੀ ਨਾਲ ਹੀ ਵਿਆਹ ਕਰਵਾਵਾਂਗੇ, ਕਿਉਂਕਿ ਤੂੰ ਸ਼ਰੀਫ ਘਰ ਦੀ ਕੁੜੀ ਆ ਤੇ ਮੈਂ ਵੀ ਸ਼ਰੀਫ ਘਰ ਦਾ ਮੁੰਡਾ। ਇਸ ਦੇ ਨਾਲ ਤੇਰੇ ਦੂਸਰੇ ਭੈਣ ਭਰਾਵਾਂ 'ਤੇ ਵੀ ਬਹੁਤ ਮਾੜਾ ਅਸਰ ਪਵੇਗਾ। ਫਿਰ ਉਸਨੇ ਕਿਹਾ ਕਿ ਜੇ ਪਰਮਾਤਮਾ ਨੇ ਆਪਾਂ ਨੂੰ ਦੋਹਾਂ ਨੂੰ ਇਕੱਠੀ ਜ਼ਿੰਦਗੀ ਲਿਖੀ ਹੈ ਤਾਂ ਆਪਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਪਰ ਆਪਾਂ ਕੋਈ ਵੀ ਗਲਤ ਕੰਮ ਨਹੀਂ ਕਰਾਂਗੇ ਜਿਸ ਦੇ ਨਾਲ ਆਪਣੇ ਮਾਂ-ਬਾਪ ਦੀ ਇੱਜ਼ਤ ਮਿੱਟੀ ਵਿੱਚ ਰੁਲੇ। ਮੈਂ ਬਹੁਤ ਪਰਮਾਤਮਾ ਅੱਗੇ ਅਰਦਾਸਾਂ ਕੀਤੀਆਂ ਕਿ ਮੇਰਾ ਵਿਆਹ ਉਸ ਨਾਲ ਹੋ ਜਾਵੇ। ਪਰ ਫਿਰ ਇੱਕ ਦਿਨ ਮੇਰੇ ਵਿਆਹ ਲਈ ਮੇਰੇ ਪਿਓ ਨੇ 15 ਸਾਲਾਂ ਦੇ ਲੜਕੇ ਨਾਲ ਜ਼ਬਰਦਸਤੀ ਕਰਨ ਦਾ ਫੈਸਲਾ ਕਰ ਲਿਆ। ਮੇਰਾ ਵਿਆਹ ਤਾਂ ਉਸ 15 ਸਾਲ ਦੇ ਲੜਕੇ ਨਾਲ ਕਰਾ ਦਿੱਤਾ, ਪਰ ਮੈਂ ਵੀ ਆਪਣੇ ਮਨ ਵਿੱਚ ਸੋਚ ਲਿਆ ਸੀ ਕਿ ਮੈਂ ਉਸ ਲੜਕੇ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਆਪਣੇ ਆਸ਼ਿਕ ਨੂੰ ਹਰ ਰੋਜ਼ ਰਾਤ ਨੂੰ ਘਰ ਵਿੱਚ ਬੁਲਾਇਆ ਕਰਾਂਗੀ। ਪਰ ਜੋ ਮੈਂ ਵੇਖਿਆ ਉਹ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਵਿਆਹ ਵਾਲੀ ਰਾਤ ਮੇਰੇ ਕਮਰੇ ਵਿੱਚ ਆਇਆ, ਇਹ ਉਹ ਮੁੰਡਾ ਨਹੀਂ ਸੀ ਜਿਸ ਨਾਲ ਮੇਰਾ ਵਿਆਹ ਹੋਇਆ ਸੀ। ਇਹ ਤਾਂ ਰੋਬਨ ਸੀ ਜਿਸ ਨੂੰ ਮੈਂ ਪਿਆਰ ਕਰਦੀ ਸੀ। ਜਦੋਂ ਮੈਂ ਉਸਨੂੰ ਕਿਹਾ ਕਿ ਰੋਬਨ, ਤੂੰ ਇੱਥੇ ਕੀ ਕਰਨ ਆਇਆ ਆ? ਜੇਕਰ ਤੈਨੂੰ ਇੱਥੇ ਕਿਸੇ ਨੇ ਵੇਖ ਲਿਆ ਤਾਂ ਬਹੁਤ ਵੱਡਾ ਹੰਗਾਮਾ ਹੋ ਜਾਵੇਗਾ। ਮੈਨੂੰ ਕਹਿੰਦਾ ਕਿ ਇੱਥੇ ਕੋਈ ਨਹੀਂ ਆਵੇਗਾ, ਹੁਣ ਸਾਰੇ ਸੌਂ ਗਏ ਹਨ। ਰੋਬਨ ਦੀਆਂ ਅੱਖਾਂ ਨਾਲ ਲਾਲ ਸੁਰਖ ਸਨ। ਮੈਨੂੰ ਵੇਖ ਕੇ ਡਰ ਲੱਗ ਰਿਹਾ ਸੀ, ਪਰ ਇੱਕ ਪਾਸੇ ਖੁਸ਼ੀ ਵੀ ਸੀ ਕਿ ਜਿਸ ਦੀ ਮੈਨੂੰ ਉਡੀਕ ਸੀ, ਜਿਸ ਨੂੰ ਮੈਂ ਪਿਆਰ ਕਰਦੀ ਸੀ, ਉਹ ਅੱਜ ਮੇਰੇ ਬਿਲਕੁਲ ਸਾਹਮਣੇ ਸੀ। ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਸੀ ਹਾਂ, ਇਹ ਤੈਨੂੰ ਵੀ ਪਤਾ, ਤੇ ਇਹ ਵਿਆਹ ਮੇਰੇ ਲਈ ਇੱਕ ਮਜਬੂਰੀ ਬਣ ਗਿਆ ਸੀ। ਜੇਕਰ ਮੈਂ ਇਹ ਵਿਆਹ ਨਾ ਕਰਦੀ ਤਾਂ ਮੇਰੀ ਮਾਂ ਨੇ ਮਰ ਜਾਣਾ ਸੀ ਤੇ ਮੇਰੀਆਂ ਭੈਣਾਂ ਦਾ ਕਦੇ ਵੀ ਵਿਆਹ ਨਹੀਂ ਹੋਣਾ ਸੀ। ਮੇਰੇ ਪਿਓ ਨੇ ਤਾਂ ਜ਼ਬਰਦਸਤੀ ਇਸ ਮੁੰਡੇ ਨਾਲ ਵੀ ਮੇਰਾ ਵਿਆਹ ਕਰਵਾ ਦਿੱਤਾ, ਪਰ ਮੇਰਾ ਪਰਮਾਤਮਾ ਜਾਣਦਾ
मैं तैनूं ही सच्ची मुहब्बत कीती ते अपने दिल विच सिर्फ तेरे लिए ही जगह रखी आ। जेकर तू अज भी मैनूं लिजाण लई तैयार है तां मैं तेरे नाल ही अपनी जिंदगी कट्टांगी, पर तू मैनूं इहो जिहियां नज़रां दे नाल ना वेख। मैं तेरे नाल कोई धोखा नहीं कीता, मैं बेवफा नहीं। मैं अपने घर वालियां दे सामने मजबूर सी। जेकर मैं ये विआह ना करवाउंदी सब कुछ बर्बाद हो जांदा। मैनूं अपणियां भैणां दी खातर ही ये विआह करना पिया। मैनूं पता लग्या कि मेरे सहुरे वालियां ने मेरे मापिਆਂ ਨੂੰ बहुत सारा पैसा दिता इस विआह लई। इन्ना पैसा दिता कि उन्हां ने ये भी जिम्मेवारी उठाई आ कि असीं दूजियां कुड़ियां दा भी विआह अपने खर्चे ते ही करांगे। पर मैनूं पैसे दा कोई लालच नहीं है। मैं तां सिर्फ तैनूं ही प्यार करदी हाँ। तैनूं भी पता मैं इहो जी लालची कुड़ी नहीं आ ते मैं तैनूं सच्चा प्यार कीता आ। कि मैं पैसों के लालच विच आके तेरे नाल धोखा करांगी? मैं बहुत देर उहदे सामने रोई क्योंकि मैं सिर्फ रोबन नूं ही प्यार कीता सी। मैं बिल्कुल टुट चुकी सी। जदों मैं रो रही सी तां रोबन ने अजिहा सच दस्सिया जिस नूं सुन के मैं हैरान रह गई। मैनूं उस दी गल दा यकीन ना आया ते मैं उस नूं हैरानी भरियां नज़रां नाल वेख्या। जो रोबन ने मैनूं दस्सिया कि मैं ही तेरा पति हाँ, तेरा विआह मेरे नाल ही होया है। मैं तां ये सब सुन के हैरान रह गई। ये सब किवें हो गया? उसने कहा मैं तैनूं दसदा। ये एक लम्मी कहानी आ। जदों मैं 5 साल दा सी तां मेरी माँ मैनूं छड्ड के चली गई। मेरे माँ ते मेरे पापा दे विचकार हमेशा लड़ाई रहिंदी सी। उन्हां दोनां दी आपस विच कदे नहीं बनी। मैं बचपन तो ही उन्हां नूं लड़दे वेख्या आ। उन्हां नूं मेरी कोई फिकर नहीं सी। मेरे पापा कहंदे सन कि तेरी माँ नूं तेरी कोई फिकर नहीं आ। जेकर उस नूं फिकर हुंदी तां ओह मैनूं कदे भी छड्ड के ना जांदी। कुछ टाइम बाद मेरी माँ ने मेरे पापा तो तलाक लै लिया ते ओह मैनूं छड्ड के हमेशा लई चली गई। उसने एक बार भी अपने नाल लिजाण लई नहीं सोचिया। मेरी माँ ने कहा कि तेरा ही पुत्त आ ते तू ही इस नूं सांभ। मैनूं इस दी कोई लोड़ नहीं। ये वड्डा हो के तेरे वर्गा ही बनूगा जिस नूं औरतां दी आज़ादी बर्दाश्त नहीं हुंदी। मैनूं अपनी माँ दी गल सुन के बहुत ज़्यादा रोना आया। कदे कदे मेरी माँ मैं फ़ोन ते मेरे नाल गल करना चाहुंदी आ। मैं उस दे नाल कदे भी गल नहीं कीती। एक दिन मेरे पापा ने दस्सिया कि तेरी माँ ने दूजा विआह करा लिया। ओह उस दे नाल अमरीका चली गई आ। मेरे पापा ने कहा कि तूं हुण उस औरत दे लई बिल्कुल नहीं रोना जिस दे लई पैसा ही सब कुछ सी। हुण साडे घर विच मेरी भूआ अपने पति ते बच्चिआं दे नाल रहण आ गई। मेरे पापा नूं भी उन्हां दे आउण ते कोई इतराज़ नहीं सी क्योंकि एक घर साਂਭਣ दे लई औरत दा होना बहुत जरूरी आ। पर मैनूं ये सब कुछ चंगा नहीं सी लगदा। मैं नहीं चाहुंदा सी कि कोई साडे घरे आके रहे। मैं इकल्ला रहना चाहुंदा सी। मैनूं शोर शराबा बिल्कुल पसंद नहीं सी। मैं घर विच इकल्ले ने बचपन कढ़िया सी। हौली हौली मेरे पापा दे कारोबार विच तरक्की हो गई ते साडा स्टेटस भी उच्चा हो गया। मेरी माँ गरीबी करके ही सानूं छड्ड के गई सी। हुण असीं अपनी सुख सहूलत लई सब कुछ लै सकदे सी। मेरे पिता ने दिन रात मेहनत कीती ते सब कुछ कमा लिया। साडे कोल भी हुण जायदाद बहुत हो गई सी। मैं स्कूल तो घर आउंदा तां सीधा अपने कमरे विच चला जांदा ते मेरी भूआ मेरे लिए खाना मेरे कमरे विच लैके जांदी। कदे कदे उसदे नाल उसदी बेटी भी मेरे कोल आके बह जांदी जदों मैं बहुत छोटा सी। पर मैनूं मेरे कमरे विच भूआ दा आउणा चंगा नहीं लगदा सी। मेरी भूआ ने आखना कि मैं तां सिर्फ तैनूं संभालण दी खातर आई हाँ, नहीं अजकल कौन अपना टाइम खराब करदा। उसदी ये गल सुन के मैं चुप हो जांदा। हौली हौली दिन लंघदे गए। मैं वड्डा हो गया सी। कालज विच पढ़न लग गया। मेरी भूआ ने मेरे पापा दा विआह कर दिता। मेरे पापा ने मैनूं कहा देख पुत्त मैं तेरे लिए मां लै आया। मैं गुस्से विच आके अपने पापा नूं कहा जेकर तुसीं विआह करवाउणा सी तां तुसीं अपना विआह उदों ही करवा लैंदे। इस उम्र विच आके तुसीं अपना विआह क्यों करिया? मैं अपने पापा दा बदलिया विहार देख के बहुत हैरान सी।
ਜੋ ਕੁਝ ਮੇਰੇ ਪਾਪਾ ਨੇ ਕਿਹਾ ਉਹ ਸੁਣ ਕੇ ਤਾਂ ਮੇਰੇ ਲੂੰ ਕੰਢੇ ਖੜੇ ਹੋ ਗਏ। ਉਹਨਾਂ ਨੇ ਕਿਹਾ ਕਿ ਮੈਂ ਤੇਰੀ ਖਾਤਰ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ। ਕੱਲ੍ਹ ਨੂੰ ਤੇਰਾ ਵਿਆਹ ਹੋ ਜਾਵੇਗਾ ਅਤੇ ਤੂੰ ਆਪਣੇ ਪਰਿਵਾਰ ਵਿੱਚ ਮਸਤ ਹੋ ਜਾਵੇਂਗਾ ਅਤੇ ਮੈਂ ਇਕੱਲਾ ਕੀ ਕਰੂੰਗਾ। ਵੈਸੇ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆਪਣੇ ਮਾਂ ਬਾਪ ਨੂੰ ਕੌਣ ਪੁੱਛਦਾ। ਮੈਂ ਚੁੱਪਚਾਪ ਉਸੇ ਸਮੇਂ ਘਰ ਤੋਂ ਬਾਹਰ ਨਿਕਲ ਗਿਆ। ਮੈਂ ਇਕੱਲਾ ਬੈਠਾ ਇਹ ਸੋਚ ਹੀ ਰਿਹਾ ਸੀ ਕਿ ਮਾਂ ਬਾਪ ਤਾਂ ਬੱਚਿਆਂ ਦੇ ਲਈ ਜ਼ਰੂਰੀ ਹੁੰਦੇ ਨੇ। ਮਾਂ ਬਾਪ ਬੱਚਿਆਂ ਖਾਤਰ ਕਿੰਨਾ ਕੁਝ ਕਰਦੇ ਨੇ। ਮੇਰੀ ਕਿਸਮਤ ਹੀ ਮਾੜੀ ਸੀ। ਮੈਂ ਇਕੱਲਾ ਇਸੇ ਤਰ੍ਹਾਂ ਹੀ ਸੋਚਦਾ ਰਿਹਾ। ਫਿਰ ਰਾਤ ਹੋ ਗਈ। ਮੈਂ ਘਰ ਵਾਪਸ ਆ ਗਿਆ। ਜਦੋਂ ਮੈਂ ਘਰ ਆਇਆ ਤਾਂ ਵੇਖਿਆ ਕਿ ਚੋਰੀ ਚੋਰੀ ਸਾਡੇ ਘਰ ਵਿੱਚ ਕੋਈ ਆ ਰਿਹਾ ਹੈ। ਉਹ ਮੇਰੀ ਦੂਸਰੀ ਮਾਂ ਦੇ ਕਮਰੇ ਵਿੱਚ ਜਾਂਦਾ ਦਿਖਾਈ ਦਿੱਤਾ। ਮੈਂ ਵੀ ਉਸ ਦਾ ਪਿੱਛਾ ਕੀਤਾ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਚੋਰ ਹੋਵੇਗਾ। ਜਦੋਂ ਮੈਂ ਉਸ ਕਮਰੇ ਦੇ ਕੋਲ ਗਿਆ ਤਾਂ ਉਹਨਾਂ ਦੇ ਗੱਲਾਂ ਕਰਨ ਦੀ ਆਵਾਜ਼ ਆਈ। ਉਹ ਮੇਰੀ ਸੌਤੇਲੀ ਮਾਂ ਦਾ ਦੋਸਤ ਸੀ। ਮੇਰੀ ਮਾਂ ਉਸ ਆਦਮੀ ਦੇ ਨਾਲ ਲੁੱਕ ਕੇ ਗੱਲਾਂ ਕਰਦੀ ਕਿ ਕੁਝ ਕੁ ਦਿਨ ਰੁਕ ਜਾ, ਮੈਂ ਇਹਨਾਂ ਸਾਰਿਆਂ ਨੂੰ ਇਸ ਘਰ ਵਿੱਚੋਂ ਕੱਢ ਦੇਵਾਂਗੀ ਅਤੇ ਸਾਰੀ ਦੌਲਤ ਆਪਣੀ ਹੋ ਜਾਵੇਗੀ। ਅਤੇ ਉਹ ਦੋਵੇਂ ਬਹੁਤ ਹੱਸ ਰਹੇ ਸੀ। ਮੈਂ ਉਹਨਾਂ ਦੇ ਕਮਰੇ ਦਾ ਗੇਟ ਖੋਲ੍ਹਣ ਹੀ ਲੱਗਿਆ ਤਾਂ ਉੱਧਰੋਂ ਮੈਨੂੰ ਮੇਰੀ ਭੂਆ ਆਉਂਦੀ ਦਿਸੀ। ਜਦੋਂ ਮੈਂ ਵੇਖਿਆ ਤਾਂ ਭੂਆ ਮੇਨ ਗੇਟ ਵੱਲ ਜਾ ਰਹੀ ਸੀ। ਇਸ ਤਰ੍ਹਾਂ ਦੀਆਂ ਔਰਤਾਂ ਨੂੰ ਕੀ ਹੋ ਗਿਆ ਹੈ, ਮੈਨੂੰ ਸਮਝ ਨਹੀਂ ਆ ਰਹੀ ਸੀ। ਮੇਰੀ ਭੂਆ ਜੋ ਚਾਹੁੰਦੀ ਸੀ ਉਹ ਵੀ ਇੱਕ ਹੈਰਾਨ ਕਰਨ ਵਾਲੀ ਗੱਲ ਸੀ। ਭੂਆ ਆਪਣੀ ਹੀ ਕੁੜੀ ਨਾਲ ਮੇਰਾ ਵਿਆਹ ਕਰਵਾਉਣਾ ਚਾਹੁੰਦੀ ਸੀ ਤਾਂ ਕਿ ਜਿਹੜੀ ਸਾਡੀ ਦੌਲਤ ਉਹ ਸਭ ਉਹਨਾਂ ਦੀ ਹੋ ਜਾਵੇ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੇਰਾ ਮਨ ਬਹੁਤ ਹੀ ਜ਼ਿਆਦਾ ਉਦਾਸ ਹੋ ਗਿਆ। ਮੈਂ ਆਪਣੇ ਪਾਪਾ ਨਾਲ ਵੀ ਬਹੁਤ ਨਾਰਾਜ਼ ਸੀ ਕਿਉਂਕਿ ਉਹਨਾਂ ਨੇ ਇਸ ਉਮਰ ਵਿੱਚ ਜਾ ਕੇ ਵਿਆਹ ਕਰਵਾਇਆ ਸੀ। ਵਿਆਹ ਵੀ ਇੱਕ ਅਜਿਹੀ ਔਰਤ ਨਾਲ ਕਰਵਾਇਆ ਜੋ ਉਹਨਾਂ ਦੇ ਕਾਬਿਲ ਹੀ ਨਹੀਂ ਸੀ। ਫਿਰ ਮੈਂ ਸੋਚਿਆ ਕਿ ਮੈਂ ਇਹ ਸਾਰੀ ਗੱਲ ਆਪਣੇ ਪਾਪਾ ਨੂੰ ਦੱਸਾਂ। ਇੱਕ ਦਿਨ ਮੈਂ ਆਪਣੇ ਪਾਪਾ ਨੂੰ ਇਹ ਗੱਲ ਦੱਸਣ ਲੱਗਿਆ ਤਾਂ ਮੇਰੇ ਪਾਪਾ ਨੇ ਮੇਰੀ ਇਸ ਗੱਲ 'ਤੇ ਯਕੀਨ ਨਾ ਕਰਿਆ। ਉਹਨਾਂ ਨੇ ਕਿਹਾ ਕਿ ਸਾਰੀਆਂ ਔਰਤਾਂ ਤੇਰੀ ਮਾਂ ਵਰਗੀਆਂ ਨਹੀਂ ਹੁੰਦੀਆਂ। ਮੈਨੂੰ ਉਹਨਾਂ ਦੀ ਗੱਲ 'ਤੇ ਬਹੁਤ ਗੁੱਸਾ ਆਇਆ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਗੱਲ-ਗੱਲ 'ਤੇ ਤੇਰੀ ਮਾਂ ਕਿਉਂ ਕਰਦੇ ਰਹਿੰਦੇ ਹੋ। ਮੈਂ ਖੁਦ ਨਹੀਂ ਉਸ ਨੂੰ ਆਪਣੀ ਮਾਂ ਬਣਾਇਆ। ਤੁਸੀਂ ਖੁਦ ਹੀ ਉਸ ਔਰਤ ਦੇ ਨਾਲ ਵਿਆਹ ਕਰਵਾਇਆ ਸੀ। ਉੱਧਰ ਮੇਰੀ ਭੂਆ ਜੋ ਚਾਲ ਚੱਲ ਰਹੀ ਸੀ ਉਸ ਨੂੰ ਮੈਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦਾ ਸੀ ਕਿਉਂਕਿ ਮੇਰੀ ਭੂਆ ਦੀ ਚਾਲ ਸੀ ਕਿ ਮੈਂ ਉਸ ਦੀ ਕੁੜੀ ਦੇ ਨਾਲ ਹੀ ਵਿਆਹ ਕਰ ਲਵਾਂ ਕਿਉਂਕਿ ਉਹ ਸਾਡੀ ਦੌਲਤ ਵਿੱਚ ਅੰਨ੍ਹੀ ਹੋ ਚੁੱਕੀ ਸੀ। ਉਸ ਨੂੰ ਰਿਸ਼ਤੇਦਾਰੀ ਦਾ ਵੀ ਕੋਈ ਲਿਹਾਜ਼ ਨਹੀਂ ਸੀ। ਇੱਕ ਦਿਨ ਮੇਰੇ ਘਰ ਮੇਰੇ ਪਾਪਾ ਦੇ ਦੋਸਤ ਮੇਰੇ ਲਈ ਰਿਸ਼ਤਾ ਲੈ ਕੇ ਆਏ। ਉਹ ਥੱਲੇ ਲਾਉਣ ਵਿੱਚ ਬੈਠੇ ਸਨ। ਮੈਂ ਆਪਣੇ ਕਮਰੇ ਵਿੱਚ ਬੈਠਾ ਪੜ੍ਹ ਰਿਹਾ ਸੀ। ਅਚਾਨਕ ਹੀ ਮੇਰੀ ਭੂਆ ਦੀ ਕੁੜੀ ਮੇਰੇ ਕਮਰੇ ਵਿੱਚ ਆਈ। ਜਦੋਂ ਉਹ ਮੇਰੇ ਕੋਲ ਆ ਕੇ ਬੈਠ ਗਈ ਤਾਂ ਮੈਂ ਵੀ ਪਰੇਸ਼ਾਨ ਹੋ ਗਿਆ ਕਿਉਂਕਿ ਮੈਨੂੰ ਮੇਰੀ ਭੂਆ ਅਤੇ ਉਸ ਦੀ ਕੁੜੀ ਬਿਲਕੁਲ ਚੰਗੀਆਂ ਨਹੀਂ ਸੀ ਲੱਗਦੀਆਂ। ਜਦੋਂ ਉਹ ਮੇਰੇ ਕੋਲ ਬੈਠੀ ਤਾਂ ਅਚਾਨਕ ਮੇਰੀ ਭੂਆ ਨੇ ਸਾਡੇ ਕਮਰੇ ਦਾ ਗੇਟ ਬੰਦ ਕਰ ਦਿੱਤਾ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਗਈ। ਮੈਂ ਤਾਂ ਪਰੇਸ਼ਾਨ ਹੋ ਗਿਆ ਕਿ ਅਚਾਨਕ ਭੂਆ ਨੂੰ ਕੀ ਹੋ ਗਿਆ। ਜਦੋਂ ਉਸ ਦਾ ਰੌਲਾ ਸੁਣਿਆ ਤਾਂ ਮੇਰੇ ਪਾਪਾ ਅਤੇ ਉਸ ਦੇ ਦੋਸਤ ਵੀ ਉੱਪਰ ਆ ਗਏ। ਕਮਰੇ ਦਾ ਗੇਟ ਬਾਹਰੋਂ ਬੰਦ ਸੀ ਪਰ ਕਿਸੇ ਨੇ ਵੀ ਇਸ ਗੱਲ ਨੂੰ ਨੋਟਿਸ ਨਾ ਕੀਤਾ ਕਿਉਂਕਿ ਇਸ ਚਾਲ ਦੇ ਵਿੱਚ ਮੇਰਾ ਫੁੱਫੜ ਵੀ ਨਾਲ ਹੀ ਰਲਿਆ ਹੋਇਆ ਸੀ। ਮੇਰੇ ਫੁੱਫੜ ਨੇ ਗੇਟ ਨੂੰ ਆਉਣ ਸਾਰ ਭੰਨਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਹੌਲੀ ਦੇਣੀ ਗੇਟ ਦਾ ਕੁੰਡਾ ਖੋਲ੍ਹਿਆ ਤਾਂ ਆਉਂਦਿਆਂ ਹੀ ਆਪਣੀ ਕੁੜੀ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਮੇਰੀ ਭੂਆ ਬੋਲੀ, ਕੁੜੀ ਨੂੰ ਕਿਉਂ ਕੁੱਟਦੇ ਹੋ? ਉਸ ਨੂੰ ਕੁੱਟੋ ਜੋ ਇਸ਼ਾਰਿਆਂ ਨਾਲ ਮੇਰੀ ਕੁੜੀ ਨੂੰ ਆਪਣੇ ਕਮਰੇ ਵਿੱਚ ਹਰ ਰੋਜ਼ ਬੁਲਾਉਂਦਾ ਆ। ਮੇਰੇ ਪਾਪਾ ਨੇ ਮੇਰੇ ਮੂੰਹ 'ਤੇ ਜ਼ੋਰਦਾਰ ਥੱਪੜ ਮਾਰਿਆ ਅਤੇ ਮੈਨੂੰ ਕਿਹਾ ਕਿ ਤੇਰੀ ਇੰਨੀ ਹਿੰਮਤ, ਤੂੰ ਇੰਨਾ ਘਟੀਆ ਕੰਮ ਕਰੇਂਗਾ। ਮੈਂ ਕਦੇ ਨਹੀਂ ਸੋਚਿਆ ਸੀ ਪਰ ਇਹ ਸਭ ਭੂਆ ਅਤੇ ਫੁੱਫੜ ਦੀ ਰਲੀ ਮਿਲੀ ਚਾਲ ਸੀ। ਮੇਰੀ ਭੂਆ ਬੋਲੀ ਕਿ ਤੁਸੀਂ ਕੁੜੀ ਨੂੰ ਹੀ ਪੁੱਛ ਲਓ। ਜਦੋਂ ਮੈਂ ਆਪਣੀ ਭੂਆ ਦੀ ਕੁੜੀ ਨੂੰ ਕਿਹਾ ਕਿ ਤੂੰ ਇਹ ਸੱਚ ਦੱਸ ਤਾਂ ਅੱਗੋਂ ਮੇਰੀ ਭੂਆ ਦੀ ਕੁੜੀ ਕਹਿਣ ਲੱਗੀ ਕਿ ਇਸ ਨੇ ਮੇਰੇ ਨਾਲ ਨਜਾਇਜ਼ ਸੰਬੰਧ ਬਣਾਏ ਹਨ ਅਤੇ ਮੈਂ ਇਸ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਜਦੋਂ ਮੇਰੇ ਪਾਪਾ ਦੇ ਦੋਸਤਾਂ ਨੇ ਇਹ ਗੱਲ ਸੁਣੀ ਤਾਂ ਉਹ ਮੇਰੇ ਪਾਪਾ ਦੀ ਬੇਇੱਜ਼ਤੀ ਕਰਕੇ ਘਰੋਂ ਚਲੇ ਗਏ। ਮੇਰੇ ਪਾਪਾ ਪਰੇਸ਼ਾਨ ਸਨ ਕਿ ਇਹ ਸਭ ਹੋ ਕੀ ਰਿਹਾ ਆ। ਮੈਂ ਆਪਣੇ ਪਾਪਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ
पर मेरे पापा ने मैनू ही घरों कढ़ दिता। उधर मेरी दूसरी माँ अपने पेके गई हुई सी। जदों वो घर आई तो उसनूं पता लग्या, क्योंकि वो भी यही चाहुंदी सी कि असीं सारे हौली हौली इस घर विचों निकल जाइए। पर फिर मैनू समझ विच आया कि मैनू ये सब नहीं करना चाहिए, मैनू अपने घर नूं बचाउणा चाहीदा आ, क्योंकि साडे घर नूं लुट्टण वाले बहुत सी। मैं घर वापस मुड़ गया। हौली हौली मैं अपनी भूआ ते उसदी बेटी दे खिलाफ सबूत इकट्ठे करने शुरू कर दिते ते अपने पापा नूं विखाए। तां पापा नूं यकीन आया कि उसदी भैण साडे कोल सिर्फ साडे पैसे दी खातर ही आई है। मेरे पापा ने मेरी भूआ नूं घरों कढ़ दिता। फिर एक दिन अचानक जदों मेरे सुत्ते पै साडे घर विच उही दोबारा मेरी माँ दा आशिक घर आया, तां मैं उसदा भी पर्दाफाश करन दी सोची। मेरी माँ मेरे पापा नूं दुध विच नींद दीआं गोलियां पा के दिंदी सी। मैं पापा नूं बहुत समझाउंदा, पर मेरे समझाउण ते ओह कित्थे समझदे सी। मैनूं हुण अपनी माँ दे खिलाफ भी सबूत ही पेश करना पैना सी, क्योंकि कोई भी मर्द अपनी पत्नी ते शक बिन वजह नहीं करदा। मैं पापा नूं रोटी पानी सब अपने हत्थीं फड़ाउण लग पिया, तां कि मैं पापा नूं विखा सकां कि तेरे पिछों अपने घर की हुंदा। फिर उही होया जो मैं चाहुंदा सी। मैं उन्हां दोनां दी वीडियो फोन विच बना लई ते पापा नूं विखाई। पापा ने उस औरत नूं भी घरों कढ़ दिता। उसने बहुत तरले मिन्नतां कीतियां, पर पापा ने एक ना सुनी। पापा ने मेरे कोलों माफ़ी मंगी कि पुत्त मैनूं माफ़ कर दे, मैं ये सब विच तैनूं ही दोषी मनदा रहा। मैं पापा नूं कहा कि कोई गल नहीं पापा, इस दुनिया विच ये सब हुंदा रहिंदा, पर मैनूं सी कि साडे घर भी कोई औरत होवे जो साडे घर दा, मेरे बाप दा ख्याल रखे। तेरे तो वधिया औरत मैनूं होर कोई नहीं मिलनी सी। इसलिए मैं पापा नूं सब कुछ दस दिता। पापा तेरे घर रिश्ता लैण गए तां उन्हां ने मना कर दिता। फिर मेरे पापा ने कहा कि मैं तुहानूं मूँहों मंगी रकम देवांगा, पर अपनी धी दा रिश्ता मेरे पुत्तर नाल लई दे दिओ ते मैं तुहाडीआं बाकी दोनां कुड़ियां दे विआह भी दी जिम्मेवारी चुकांगा। तेरे प्यो ने लालच विच आ के विआह लई हाँ कर दित्ती। ਇਹ ਗੱਲ मैं तैनूं ਪਹਿਲਾਂ ही दसना चाहुंदा सी, पर मैनूं सी कि मैं तैनूं सरप्राइज़ देवां। तेरे प्यो ने पैसे दा नां सुण के तैनूं मेरी फोटो दिखाउणा भी जरूरी नहीं समझिया। इस तरह अपना विआह हो गया। जो तूं मैनूं दसदी हुंदी सी कि मेरा विआह, तां मैं बड़ा खुश होना कि इसनूं की पता विआह किस दे नाल आ। जदों मैं रोबन दे मूँहों ये सब कहानी सुनी तां मैं सच्चे पातशाह दा लख लख शुकर मनाया। उसने मेरे प्यार नूं सिरे चढ़ा ही दिता, पर मैं उस बारे किन्ना गलत सोच रही सी जिस नाल मेरा विआह होना सी। साडियां तां हस-हस वक्खियां टुट गईयां। मेरी माँ ने जिस दे रिश्ते नूं पहलां मोड़िया सी, पैसिਆਂ दे लालच विच आके उस नाल ही फेर रिश्ता जोड़ लिया। पैसा की चीज़ आ, ये बंदे नूं की तो की बना दिंदा। पर मेरे सहुरे ने मेरी माँ नाल जो वादा कीता सी वो पूरा कीता। उसने मेरियां छोटियां भैणां दा भी विआह कर दिता ते मेरे माँ बाप नूं एक वधिया घर बना के दिता तां कि वो आराम नाल रह सकण। धन्नवाद जी। जेकर तुहानूं कहानी वधिया लगे तां लाइक कमेंट शेयर जरूर करना जी, ते चैनल नूं सबसक्राइब जरूर कर लेना जी।